ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਗ ਪੰਜਾਬ ਦੇ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦੇ ਸਾਡੇ ਗੈਸਟ ਨੇ ਚਰਨ ਕਮਲ ਸਿੰਘ ਸੇਖੋਂ ਜੀ, ਫਾਊਂਡਰ ਐਂਡ ਚੇਅਰਮੈਨ ਸੇਵਾ ਟਰਸਟ ਯੂਕੇ। ਤੇ ਨਾਲ ਉਹਨਾਂ ਨੇ ਹੋਰ ਜਿਹੜੀਆਂ ਮੱਲਾਂ ਨੇ ਤੇ ਬਹੁਤ ਹੀ ਪ੍ਰਾਪਤੀਆਂ ਕੀਤੀਆਂ ਨੇ ਤੇ ਬਹੁਤ ਹੀ ਉਹਨਾਂ ਨੂੰ ਇਸ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਮਿਹਨਤ ਕੀਤੀ ਹੈ, ਉਹਨਾਂ ਨੂੰ ਸਫਲਤਾ ਮਿਲੀ ਹੈ। ਤੇ ਹੁਣੇ ਉਹਨਾਂ ਨੂੰ MBE ਮਹਾਰਾਣੀ ਨੇ ਉਹਨਾਂ ਨੂੰ ਉਹ ਇਸ ਖਿਤਾਬ ਦੇ ਨਾਲ ਵੀ ਨਵਾਜਿਆ ਆ। ਤੇ ਹੁਣ ਇਸ ਸਾਰੇ ਗੱਲਾਂ ਉਹਨਾਂ ਦੇ ਨਾਲ ਕਰਦੇ ਆ ਤੇ ਆਪਣੇ ਪ੍ਰੋਗਰਾਮ ਵਿੱਚ ਵੈਲਕਮ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬਹੁਤ ਬਹੁਤ ਤੁਹਾਡਾ ਵੈਲਕਮ ਆ ਰੰਗ ਪੰਜਾਬ ਦੇ ਪ੍ਰੋਗਰਾਮ ਵਿੱਚ। ਜਿਸ ਤਰ੍ਹਾਂ ਕਿ ਕਹਿੰਦੇ ਆ ਕਿ ਸਾਡੇ ਪੰਜਾਬੀਆਂ ਨੇ ਬਹੁਤ ਮੱਲਾਂ ਮਾਰ ਲੀਆਂ ਆ, ਆਪਣੇ ਨਾਂ ਰੋਸ਼ਨ ਕੀਤੇ ਆ, ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ, ਪੰਜਾਬ ਦਾ ਨਾਂ ਰੋਸ਼ਨ ਕੀਤਾ ਆ। ਤੁਸੀਂ ਉਹਨਾਂ ਵਿੱਚੋਂ ਇੱਕ ਸਾਡੇ ਪੰਜਾਬੀ ਹੋ ਜਿਨ੍ਹਾਂ ਨੇ ਕਿ ਇੱਕ ਨਾਂ ਰੋਸ਼ਨ ਕਰਨ ਦੇ ਨਾਲ ਨਾਲ ਕਿ ਜਿਹੜੇ ਪੰਜਾਬ ਨੂੰ ਜਾਂਦੇ ਸਾਡੇ ਪੰਜਾਬੀ ਆ, ਉਹਨਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਲਿਆਂਦੀ ਆ। ਕਹਿੰਦੇ ਆ ਕਿ ਅੰਮ੍ਰਿਤਸਰ ਨੇ ਜਿੱਤਿਆ ਟਾਟਾ ਦਾ ਵਿਸ਼ਵਾਸ, ਤੇ ਲੰਡਨ ਤੋਂ ਉਡਾਨ ਜਿਹੜੀ ਡਾਇਰੈਕਟ ਹੋਈ ਹੈਗੀ ਆ ਤੇ ਉਹਦੇ ਵਿੱਚ ਵਾਧਾ ਹੋਇਆ ਫਲਾਈਟਾਂ ਦੇ ਵਿੱਚ। ਤੇ ਇਹਦੇ ਬਾਰੇ ਵਿੱਚ ਸਾਡੇ ਨਾਲ ਅੱਜ ਗੱਲਬਾਤ ਕਰਨੀ ਆ ਤੇ ਇਹਦੇ ਬਾਰੇ ਵਿੱਚ ਤੁਸੀਂ ਸਾਡੇ ਨੂੰ ਕੀ ਦੱਸਣਾ ਚਾਹੁੰਦੇ ਹੋ? ਹਾਂਜੀ, ਸਭ ਤੋਂ ਪਹਿਲਾਂ ਤਾਂ ਆਪ ਦੇ ਜਿਤਨੇ ਵੀ ਸਰੋਤੇ ਦਰਸ਼ਕ ਨੇ ਰੰਗ ਪੰਜਾਬ ਦੇ, ਉਹਨਾਂ ਸਾਰਿਆਂ ਨੂੰ ਪਿਆਰ ਸਤਿਕਾਰ ਭਰੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਜੋ ਤੁਸੀਂ ਮੈਂਸ਼ਨ ਕੀਤਾ ਸਫਲਤਾ ਬਾਰੇ, ਕੋਈ ਵੀ ਸਫਲਤਾ ਗੁਰੂ ਮਹਾਰਾਜ ਦੀ ਬਖਸ਼ਿਸ਼ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ। ਗੁਰੂ ਮਹਾਰਾਜ ਦੇ ਆਸ਼ੀਰਵਾਦ ਤੋਂ ਬਿਨਾਂ ਉਸ ਤੋਂ ਨਾਲ ਜੋ ਟੀਮ ਵਰਕ ਹੈ, ਸੰਗਤ ਦਾ ਆਸ਼ੀਰਵਾਦ ਹੈ। ਸੋ ਮੈਂ ਸਮਝਦਾ ਹਾਂ ਕਿ ਕਿਸੇ ਦੀ ਕੋਈ ਵੀ ਨਿੱਜੀ ਸਫਲਤਾ ਨਹੀਂ ਹੁੰਦੀ। ਇਹ ਸਫਲਤਾ ਹਮੇਸ਼ਾ ਪ੍ਰਭੂ ਪਰਮੇਸ਼ਵਰ ਸਤਿਗੁਰਾਂ ਦੀ ਕਿਰਪਾ ਦੁਆਰਾ ਅਤੇ ਸੰਗਤ ਦੇ ਸਹਿਯੋਗ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤੇ ਦੂਸਰਾ ਜੋ ਤੁਸੀਂ ਮੇਨ ਪੁਆਇੰਟ ਮੈਂਸ਼ਨ ਕੀਤਾ ਕਿ ਅੰਮ੍ਰਿਤਸਰ ਫਲਾਈਟਸ ਬਾਰੇ, ਉਹ ਮੁੱਦਾ ਜਿਸ ਤਰੀਕੇ ਨਾਲ ਸਿੱਖ ਚੈਨਲ ਦੇ ਸਾਰੇ ਦਰਸ਼ਕ ਭਾਂਤ ਅਵੇਅਰ ਨੇ ਕਿ ਪਿਛਲੇ ਬਹੁਤ ਸਾਲਾਂ ਤੋਂ ਇਹ ਇੱਕ ਬਹੁਤ ਵੱਡੀ ਮੰਗ ਸੀ ਯੂਕੇ ਕਮਿਊਨਿਟੀਜ਼ ਦੀ, ਜਿਸ ਵਿੱਚ ਸਿੱਖ ਚੈਨਲ ਨੇ ਉਚੇਚੇ ਤੌਰ ਤੇ ਇਸ ਜੋ ਸਾਡੀ ਮੰਗ ਸੀ ਉਹਨੂੰ ਉਜਾਗਰ ਕਰਨ 'ਚ ਬਹੁਤ ਵਧੀਆ ਯੋਗਦਾਨ ਪਾਇਆ। ਪ੍ਰੋਬਲਮ ਇਹ ਸੀ ਕਿ ਸਾਡੀ ਜੋ ਯੂਕੇ ਵਿੱਚ ਕਮਿਊਨਿਟੀ ਹੈ, ਉਹਦੀ ਪਾਪੂਲੇਸ਼ਨ ਬਹੁਤ ਵੱਡੀ ਹੈ। ਲੰਡਨ ਦਾ ਏਰੀਆ ਜੇ ਆਪਾਂ ਇਕੱਲਾ ਲਈਏ, ਉਸ ਵਿੱਚ ਤਕਰੀਬਨ 500,000 ਤੋਂ ਵੱਧ ਪਾਪੂਲੇਸ਼ਨ ਹੈ ਜੋ ਸਾਡੀ ਉਹ ਪੰਜਾਬੀ ਕਮਿਊਨਿਟੀਜ਼ ਦੀ ਹੈ, ਜੋ ਲੰਡਨ ਦੇ ਵਿਜ਼ਨ 30-40 ਮਾਈਲ ਰੇਡੀਅਸ ਰਹਿੰਦੇ ਨੇ। ਫਿਰ ਉਸ ਤੋਂ ਬਾਅਦ ਬਰਮਿੰਘਮ, ਜਿੱਥੇ ਤਕਰੀਬਨ 250,000 ਵਧੇਰੇ ਪਾਪੂਲੇਸ਼ਨ ਸਾਡੀ ਪੰਜਾਬੀ ਕਮਿਊਨਿਟੀ ਦੀ ਹੈ। ਇਸ ਤਰੀਕੇ ਨਾਲ ਸਾਰਾ ਯੂਕੇ ਜਦੋਂ ਅਸੀਂ ਇਕੱਠਾ ਕਰਦੇ ਹਾਂ ਤਾਂ ਤਕਰੀਬਨ 1 ਮਿਲੀਅਨ ਤੋਂ ਉੱਪਰ ਇਹ ਸਾਡੀ ਪੰਜਾਬੀਆਂ ਦੀ ਪਾਪੂਲੇਸ਼ਨ ਹੈ। ਤੇ ਫਿਰ ਅਸੀਂ ਯੂਰਪ ਜੇ ਐਡ ਕਰ ਲਈਏ ਨਾਲ ਅਨਦਰ ਮਿਲੀਅਨ ਐਂਡ ਹਾਫ। ਸੋ ਸਾਨੂੰ ਪ੍ਰੋਬਲਮ ਇਹ ਸੀ ਕਿ ਸਾਨੂੰ ਡਾਇਰੈਕਟ ਪੰਜਾਬ ਜਾਣ ਲਈ ਫਲਾਈਟ ਨਹੀਂ ਸੀ ਕੋਈ। ਕਾਫੀ ਸਾਲ ਪਹਿਲਾਂ ਏਅਰ ਇੰਡੀਆ ਨੇ ਤਕਰੀਬਨ 2011 ਦੇ ਕਰੀਬ ਇੱਕ ਥੋੜ੍ਹੀ ਦੇਰ ਵਾਸਤੇ ਫਲਾਈਟ ਸ਼ੁਰੂ ਹੋਈ, ਜੋ ਫਲਾਈਟ ਬਹੁਤਾ ਚੱਲ ਨਹੀਂ ਸਕੀ। ਉਸ ਤੋਂ ਬਾਅਦ ਲਗਾਤਾਰ 10 ਸਾਲ ਤੋਂ ਇਸ ਅਸੀਂ ਡਿਮਾਂਡ ਕਰਦੇ ਆ ਰਹੇ ਹਾਂ ਕਿ ਇਹ ਜੇ ਫਲਾਈਟਾਂ ਨੇ ਇਹ ਡਾਇਰੈਕਟਲੀ ਲੰਡਨ ਤੋਂ ਸ਼ੁਰੂ ਹੋਣ, ਔਰ ਇਹ ਫਲਾਈਟ ਜਿਹੜੀ ਹੈ ਲੰਡਨ ਤੋਂ ਅੰਮ੍ਰਿਤਸਰ ਡਾਇਰੈਕਟ ਫਲਾਈਟ ਹੋਵੇ, ਜਿਸ ਵਿੱਚ ਕੋਈ ਵੀ ਰਸਤੇ ਵਿੱਚ ਸਟਾਪੇਜ ਵਗੈਰਾ ਨਾ ਹੋਵੇ। ਸੋ ਇਹ ਮੰਗ ਨੂੰ ਲੈ ਕੇ ਅਸੀਂ ਸਾਡੀ ਆਰਗੇਨਾਈਜੇਸ਼ਨ ਸੇਵਾ ਟਰਸਟ ਯੂਕੇ, ਉਸ ਤੋਂ ਬਿਨਾਂ ਜੋ ਸਾਡੇ ਲੋਕਲ ਯੂਕੇ ਬ੍ਰਿਟਿਸ਼ ਪਾਰਲੀਮੈਂਟ ਤਰਨਮਨਜੀਤ ਸਿੰਘ ਜੀ ਢੇਸੀ, ਹੋਰ ਮੈਂਬਰ ਪਾਰਲੀਮੈਂਟ ਸਾਹਿਬਾਨ ਅਤੇ ਜੋ ਅੰਮ੍ਰਿਤਸਰ ਵਿਕਾਸ ਮੰਚ ਇੱਕ NGO ਹੈ, ਇਹ ਸਾਰਾ ਅਸੀਂ ਦੋਨਾਂ NGO ਨੇ ਰਲ ਕੇ ਇਹ ਕੋਲੈਬੋਰੇਟ ਕਰਕੇ ਤਕਰੀਬਨ 4-5 ਸਾਲਾਂ ਤੋਂ ਅਸੀਂ ਇਹ ਇਸੇ ਕੰਮ ਕਰਦੇ ਆ ਰਹੇ ਸੀ। ਔਰ ਸਟੇਜ ਬਾਏ ਸਟੇਜ ਸਾਨੂੰ ਸਫਲਤਾ ਮਿਲੀ ਹੈ। ਪਹਿਲੀ ਸਫਲਤਾ ਆਪਾਂ ਨੂੰ ਮਿਲੀ ਸੀ ਜਦੋਂ ਸਟੈਮਸਟਿਡ ਤੋਂ ਇਹ ਫਲਾਈਟ ਨਵੰਬਰ 2019 ਧੰਨ ਗੁਰੂ ਨਾਨਕ ਦੇਵ ਜੀ ਦੇ ਜੋ 550ਵੇਂ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਨਜ਼ਰ ਰੱਖਦੇ ਹੋਏ ਜੋ ਇੰਡੀਅਨ ਗਵਰਨਮੈਂਟ ਸੀ, ਉਹਨਾਂ ਨੇ ਏਅਰ ਇੰਡੀਆ ਨੇ ਇਹ ਅਨਾਉਂਸ ਕੀਤਾ ਸੀ ਕਿ ਫਲਾਈਟ ਸ਼ੁਰੂ ਕਰਨ ਜਾ ਰਹੇ 3 ਦਿਨ ਸਟੈਮਸਟਿਡ ਤੋਂ। ਤੇ ਹੁਣ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੋਵਿਡ ਤੋਂ ਬਾਅਦ ਹੁਣ ਇਹ ਫਲਾਈਟ ਹੈ ਜਿਹੜੀ ਉਹ 3 ਦਿਨ ਇਹ ਹੀਥਰੋ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜੋ ਕਿ 27 ਮਾਰਚ ਆਨਵਰਡਸ। ਹਾਂਜੀ, ਜਿਸ ਤਰ੍ਹਾਂ ਲਿਖਿਆ ਕਿ ਕਾਫੀ ਵੱਡੇ ਆ ਰਹੇ ਆ ਜਿੱਦਾਂ ਕਿ ਪੇਪਰਾਂ ਦੇ ਵਿੱਚ ਅੰਮ੍ਰਿਤਸਰ ਨੇ ਜਿੱਤਿਆ ਟਾਟਾ ਦਾ ਵਿਸ਼ਵਾਸ, ਇਹਦੇ ਬਾਰੇ ਵਿੱਚ ਥੋੜੀ ਜਿਹੀ ਕੀ ਸਟੋਰੀ ਹੈ ਇਹਦੇ ਪਿੱਛੇ? ਹਾਂਜੀ, ਜਿਸ ਤਰੀਕੇ ਨਾਲ ਆਪ ਜਾਣਦੇ ਹੋ ਕਿ ਏਅਰ ਇੰਡੀਆ ਜੋ ਬੇਸਿਕਲੀ ਅੰਡਰ ਪਬਲਿਕ ਗਵਰਨਮੈਂਟ ਆਪਰੇਟ ਕਰਦੀ ਸੀ, ਉਹਦੀ ਓਨਰਸ਼ਿਪ ਪਬਲਿਕ ਸੈਕਟਰ ਸੀ, ਗਵਰਨਮੈਂਟ ਓਨ ਕਰਦੀ ਸੀ।
ਤੇ ਉਸ ਦੌਰਾਨ 에ਅਰ ਇੰਡੀਆ ਦੇ ਕਾਫੀ ਡਿਸੀਜਨ ਨੇ ਜਿਹੜੇ ਉਹ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਪੋਲੀਟੀਕਲ ਇੰਟਰਫੀਅਰੈਂਸ ਹੋਣ ਕਰਕੇ ਕਈ ਐਸੇ ਡਿਸੀਜਨ ਨੇ ਜੋ ਸਹੀ ਤਰੀਕੇ ਨਾਲ ਸ਼ਾਇਦ ਨਹੀਂ ਲਏ ਗਏ। ਇਸ ਕਾਰਨ ਜੋ ਪੰਜਾਬ ਦੀ ਡਾਇਰੈਕਟ ਫਲਾਈਟ ਦਾ ਹਮੇਸ਼ਾ ਮੁੱਦਾ ਸਾਡੇ ਸਾਹਮਣੇ ਰਿਹਾ ਹੈ ਕਿ ਪੰਜਾਬ ਨੂੰ ਕਿਉਂ ਨਹੀਂ ਡਾਇਰੈਕਟ ਫਲਾਈਟਾਂ ਅਸੀਂ ਯੂਕੇ ਤੋਂ ਜਾ ਰਹੀਆਂ। ਸੋ ਉਸ 'ਚ ਅਸੀਂ 2017 'ਚ ਜੋ ਪੰਜਾਬ ਦੇ CM ਸੀ ਕੈਪਟਨ ਅਮਰਿੰਦਰ ਸਿੰਘ, ਉਹ ਯੂਕੇ ਦੌਰੇ ਲਈ ਆਏ ਸੀ, ਉਹਨਾਂ ਨਾਲ ਮੈਂ ਤੇ ਮੇਰੀ ਟੀਮ ਮੈਂਬਰ ਅਸੀਂ ਵਿਸ਼ੇਸ਼ ਮੁਲਾਕਾਤ ਕੀਤੀ। ਉਹਨਾਂ ਨੂੰ ਸਾਰੀ ਇਹ ਡੇਟਾ ਪ੍ਰੋਵਾਈਡ ਕੀਤਾ ਡਿਟੇਲ ਵਿੱਚ, ਉਹ ਵੀ ਜੋ ਐਵੀਏਸ਼ਨ ਅਥਾਰਟੀ ਇੰਡੀਅਨ ਗਵਰਨਮੈਂਟ ਨਾਲ ਗੱਲ ਕਰਨ। ਅਤੇ ਉਸ ਤੋਂ ਬਿਨਾਂ 2018 ਵਿੱਚ ਜੋ ਸਾਡੇ ਮੈਂਬਰ ਪਾਰਲੀਮੈਂਟ ਸਾਹਿਬਾਨ ਨੇ ਇੱਥੇ ਧਰਮਜੀਤ ਸਿੰਘ ਢੇਸੀ ਤੇ ਹੋਰ ਕਾਫੀ ਮੈਂਬਰ ਸਾਹਿਬਾਨ, ਉਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਇੱਕ ਯੂਕੇ ਪਾਰਲੀਮੈਂਟ ਤੋਂ ਕੈਂਪੇਨ ਲਾਂਚ ਕੀਤੀ, ਜਿਸ ਵਿੱਚ ਸੇਵਾ ਟਰਸਟ ਵੱਲੋਂ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸਾਂਝੇ ਤੌਰ ਤੇ ਅਸੀਂ ਪ੍ਰਾਈਮ ਮਿਨਿਸਟਰ ਮੋਦੀ ਜੀ ਨੂੰ ਪੂਰੀ ਡਿਟੇਲ ਇਹਦੀ ਭੇਜੀ। ਔਰ ਇੱਥੇ ਜੋ BJP ਦੇ ਹੈਡ ਸੀ ਉਹ ਉਸ ਜੋ ਸਾਡੀ ਇਹ ਲਾਂਚ ਹੋਈ ਸੀ ਅਸੀਂ ਉਹਦੇ ਸ਼ਾਮਲ ਹੋਏ। ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸੱਦਾ ਦਿੱਤਾ, ਕਾਂਗਰਸ, ਅਕਾਲੀ ਦਲ। ਅਸੀਂ ਕਿਹਾ ਵੀ ਇਹ ਕੋਈ ਪੋਲੀਟੀਕਲ ਮਾਮਲਾ ਨਹੀਂ, ਇਹ ਸਮੂਹ ਸੰਗਤ ਪੰਜਾਬੀਆਂ ਦਾ ਮਾਮਲਾ ਹੈ। ਆਪਾਂ ਪੋਲੀਟਿਕਸ ਤੋਂ ਉੱਪਰ ਉੱਠ ਕੇ ਆਪਾਂ ਇਹ ਦੇਖਣਾ ਕਿ ਗੁਰੂ ਕੀ ਨਗਰੀ ਨੂੰ ਜਾਣ ਵਾਲੇ ਦਾ ਕਿੰਨਾ ਟ੍ਰੈਫਿਕ ਆ, ਕਿੰਨੀ ਗਿਣਤੀ 'ਚ ਪੰਜਾਬੀ ਨੇ ਜੋ ਪੰਜਾਬ ਜਾਣਾ ਚਾਹੁੰਦੇ ਨੇ। ਉਹ ਵਾਇਆ ਦਿੱਲੀ ਖੁਆਰ ਹੋ ਕੇ ਆ ਰਹੇ ਨੇ, 8-10 ਘੰਟੇ ਦਾ ਰੋਡ ਟਰੈਵਲ। ਕਿਉਂ ਅਸੀਂ ਇਹ ਡਿਮਾਂਡ ਨੂੰ ਪ੍ਰੋਪਰ ਤਰੀਕੇ ਨਾਲ ਐਡਰੈਸ ਨਹੀਂ ਕਰਦੇ? ਸੋ ਇਹ ਸਾਰੀਆਂ ਗੱਲਾਂ ਦਾ ਅਸਰ ਇਹ ਹੋਇਆ ਕਿ 2019 'ਚ ਇਸ ਤਰ੍ਹਾਂ ਮੈਂ ਮੈਂਸ਼ਨ ਕੀਤਾ ਕਿ 에ਅਰ ਇੰਡੀਆ ਵੱਲੋਂ ਇਹ ਡਿਸੀਜਨ ਲਿਆ ਗਿਆ ਕਿ ਇਹ ਫਲਾਈਟ ਅਸੀਂ ਲੰਡਨ ਸਟੈਂਫੋਰਡ ਤੋਂ ਸ਼ੁਰੂ ਕਰ ਰਹੇ ਹਾਂ, ਕਿਉਂਕਿ ਹੀਥਰੋ ਤੋਂ ਸਲੋਟਸ ਮਿਲਣ ਲਈ ਕਾਫੀ ਪ੍ਰੋਬਲਮ ਹੁੰਦੀ ਹੈ। ਪਰ ਇਨ ਬਿਟਵੀਨ ਅਸੀਂ ਜੋ ਇੰਡੀਅਨ ਦੀ ਆਪਣੀ ਗਵਰਨਮੈਂਟ ਆਫ ਇੰਡੀਆ ਦੀ ਮਿਨਿਸਟਰ ਆਫ ਸਿਵਲ ਏਵੀਏਸ਼ਨ, ਉਹਨਾਂ ਨੂੰ ਅਸੀਂ ਸਾਰੇ ਇਹ ਡੇਟਾ ਜੋ ਮੈਂ ਤੁਹਾਨੂੰ ਮੈਂਸ਼ਨ ਕੀਤਾ ਵੀ ਪੰਜਾਬੀ ਕਮਿਊਨਿਟੀ ਇੰਗਲੈਂਡ 'ਚ ਕਿੰਨੀ ਰਹਿੰਦੀ ਆ, ਉਸ ਤੋਂ ਬਿਨਾਂ ਕਿੰਨੀ ਗਿਣਤੀ 'ਚ ਪੰਜਾਬੀ ਕਮਿਊਨਿਟੀ ਜੋ ਪੰਜਾਬ ਤੋਂ ਬਾਏ ਰੋਡ ਦਿੱਲੀ ਜਾ ਰਹੇ ਨੇ, ਉਹਨਾਂ ਦਾ ਪੂਰਾ ਅਸੀਂ ਇਹ ਡੇਟਾ ਤਿਆਰ ਕੀਤਾ, ਜਿਸ ਵਿੱਚ ਫੈਕਟਸ ਐਂਡ ਫਿਗਰਸ, 에ਅਰਲਾਈਨਾਂ ਡੇਟਾ, ਠੀਕ ਆ ਜੀ। ਇਹ ਇੱਕ ਮਿਨੀ ਥੀਸਿਸ ਆ, ਇਹਦੇ ਤੇ ਸਾਡੀ ਪੂਰੀ ਟੀਮ ਨੇ, ਸਮੀਪ ਸਿੰਘ ਗੁੰਟਾਲਾ ਜੀ ਨੇ, ਅੰਮ੍ਰਿਤਸਰ ਵਿਕਾਸ ਮੰਚ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਬਹੁਤ ਸਖਤ ਮਿਹਨਤ ਕਰਕੇ ਇਹ ਪੂਰੇ ਡੇਟਾ ਤਿਆਰ ਕੀਤਾ, ਜੋ ਅਸੀਂ ਗਵਰਨਮੈਂਟ ਆਫ ਇੰਡੀਆ ਦੀ ਮਿਨਿਸਟਰੀ ਆਫ ਸਿਵਲ ਏਵੀਏਸ਼ਨ ਉਹਨਾਂ ਨੂੰ ਭੇਜਿਆ। ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਆਪਣਾ ਸਾਂਝੇ ਕਰਕੇ ਕਿ ਸਿਵਲ ਗਵਰਨਮੈਂਟ ਆਫ ਇੰਡੀਆ ਦੀ ਮਿਨਿਸਟਰੀ ਆਫ ਸਿਵਲ ਏਵੀਏਸ਼ਨ ਦਾ ਸਾਨੂੰ ਲਿਖਤੀ ਰੂਪ 'ਚ ਉੱਤਰ ਆਇਆ। ਇਹ ਉੱਤਰ ਉਹਨਾਂ ਨੇ ਭੇਜਿਆ ਸੀ 2018 'ਚ। ਇਹ 6 ਜਾਂ 7 ਮੁਲਕਾਂ ਨਾਲ, ਜਿਹਨੂੰ ਆਪਾਂ ਬਾਇਲੈਟਰਲ ਐਗਰੀਮੈਂਟ ਕਹਿੰਦੇ ਆ, ਉਹ ਹੋਇਆ। ਉਹ ਇਹਨਾਂ ਮੁਲਕਾਂ ਦੇ ਵਿੱਚ ਕੋਈ ਵੀ 에ਅਰਲਾਈਨ ਇੰਡੀਪੈਂਡੈਂਟ ਤੌਰ ਤੇ ਇਹ ਫਲਾਈਟਾਂ ਸ਼ੁਰੂ ਕਰ ਸਕਦੀ ਹੈ, ਜਿਸ ਵਿੱਚ UK ਸ਼ਾਮਲ ਹੈ, ਉਸ ਤੋਂ ਬਿਨਾਂ ਅਮਰੀਕਾ ਹੈ, ਅੰਮ੍ਰਿਤਸਰ ਤੋਂ ਬਿਨਾਂ ਕੈਨੇਡੀਅਨ 에ਅਰਲਾਈਨਾਂ ਵੀ ਫਲਾਈ ਕਰ ਸਕਦੀਆਂ ਨੇ। ਸੋ ਇਹ ਸਾਰੇ ਤੱਥਾਂ ਦੀ ਘੋਖ ਕਰਨ ਤੋਂ ਬਾਅਦ ਫਿਰ ਅਸੀਂ ਜੋ 에ਅਰ ਇੰਡੀਆ ਹੈ ਉਹਨਾਂ ਨੂੰ ਮਿਲੇ। 에ਅਰ ਇੰਡੀਆ ਦੇ ਜੋ ਨੁਮਾਇੰਦੇ ਨੇ ਉਹਨਾਂ ਨੂੰ ਸਾਰਾ ਕੇਸ ਪ੍ਰੈਜ਼ੈਂਟ ਕੀਤਾ ਵੀ ਤੁਸੀਂ ਦੱਸੋ ਕੀ ਕਾਰਨ ਹੈ ਕਿ ਤੁਸੀਂ ਫਲਾਈਟਾਂ ਡਾਇਰੈਕਟ ਕਿਉਂ ਨਹੀਂ ਚਲਾ ਰਹੇ। ਤਾਂ ਉਹਨਾਂ ਨੇ 2 ਗੱਲਾਂ ਮੈਂਸ਼ਨ ਕੀਤੀਆਂ। ਪਹਿਲੀ ਗੱਲ ਉਹਨਾਂ ਨੇ ਮੈਂਸ਼ਨ ਕੀਤੀ ਕਿ ਜੋ ਉਹਨਾਂ ਪਾਸ ਡੇਟਾ ਹੈ ਉਸ ਦੇ ਅਕੋਰਡਿੰਗਲੀ, ਜਦੋਂ ਪਿਛਲੀ ਵਾਰ ਜਦੋਂ 에ਅਰ ਇੰਡੀਆ ਦੀ ਫਲਾਈਟ ਸ਼ੁਰੂ ਹੋਈ ਸੀ ਥੋੜੀ ਦੇਰ ਵਾਸਤੇ, ਉਸ ਵਿੱਚ ਬਿਜ਼ਨਸ ਕਲਾਸ, ਫਸਟ ਕਲਾਸ, ਪ੍ਰੀਮੀਅਮ ਕਲਾਸ ਪੈਸੇਂਜਰ ਨਹੀਂ ਸੀ ਮਿਲ ਰਹੇ। ਇਕੋਨਮੀ ਕਲਾਸ ਫੁੱਲ ਹੁੰਦੀ ਸੀ ਔਰ ਜੋ ਬਿਜ਼ਨਸ ਕਲਾਸ ਹੈ ਉਹ ਖਾਲੀ ਜਾ ਰਹੀ ਸੀ। ਸੋ ਇਹ ਆਪਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ ਕਿ ਜਦੋਂ ਕੋਈ 에ਅਰਲਾਈਨ ਕਮਰਸ਼ੀਅਲ ਤੌਰ ਤੇ ਆਪਰੇਟ ਕਰਦੀ ਆ ਤਾਂ ਜੋ ਬਿਜ਼ਨਸ ਐਸਪੈਕਟ ਹੈ ਉਹ ਵੀ ਮੈਟਰ ਕਰਦਾ ਹੈ, ਕਿਉਂਕਿ ਬਿਜ਼ਨਸ ਕਲਾਸ ਵੀ ਫੁੱਲ ਹੋਣੀ ਚਾਹੀਦੀ। ਸੋ ਉਹਨਾਂ ਨੂੰ ਫਿਰ ਅਸੀਂ ਇਹ ਕਨਵਿੰਸ ਕੀਤਾ ਵੀ ਇਹ ਡੇਟਾ ਤੁਹਾਡਾ ਤਕਰੀਬਨ 10-15 ਸਾਲ ਪੁਰਾਣਾ ਡੇਟਾ, ਸਾਡੇ ਪੰਜਾਬੀਆਂ ਦੀ ਜੋ ਇਕਨੋਮਿਕ ਸਿਚੁਏਸ਼ਨ ਉਹ ਚੇਂਜ ਹੋ ਚੁੱਕੀ ਆ। ਹੁਣ ਸਾਡੇ ਪੰਜਾਬੀ ਬਹੁਤ ਵੈਲ ਐਸਟੈਬਲਿਸ਼ ਨੇ, ਫਸਟ ਕਲਾਸ ਟਰੈਵਲ ਕਰਦੇ ਨੇ, ਬਿਜ਼ਨਸ ਕਲਾਸ ਟਰੈਵਲ ਕਰਦੇ ਨੇ। ਬਹੁਤ ਸਾਰੀਆਂ ਇਹ ਜਿਹੀਆਂ ਫਲਾਈਟਾਂ ਨੇ ਜਿਹੜੀਆਂ ਪੰਜਾਬੀ ਜਾਂਦੇ ਨੇ ਔਰ ਇਹ ਫਲਾਈਟਾਂ ਬਿਜ਼ਨਸ ਕਲਾਸ, ਫਸਟ ਕਲਾਸ ਫੁੱਲ ਹੋ ਕੇ ਜਾ ਰਹੀਆਂ ਨੇ। ਸੋ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਫਿਰ ਉਹਨਾਂ ਨੇ ਇਹ ਜੋ ਗੁਰੂ ਨਾਨਕ ਦੇਵ ਜੀ ਦਾ 550ਵਾਂ ਅਵਤਾਰ ਪੁਰਬ ਸੀ, ਉਸ ਵਿੱਚ ਰਣਦੀਪ ਸਿੰਘ ਪੁਰੀ ਜੋ ਸਾਡੇ ਐਵੀਏਸ਼ਨ ਮਿਨਿਸਟਰ ਨੇ, ਉਹਨਾਂ ਨੇ ਬਹੁਤ ਪੋਜ਼ਿਟਿਵ ਰੋਲ ਪਲੇ ਕੀਤਾ, ਨਰਿੰਦਰ ਮੋਦੀ ਜੀ। ਕਿਉਂਕਿ ਜਿੱਥੇ ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਪਾਰਟੀ ਪੋਲੀਟਿਕਸ ਇੱਕ ਪਾਸੇ ਰੱਖ ਕੇ ਜਿੱਥੇ ਕੋਈ ਚੰਗਾ ਕੰਮ ਕਰਦਾ ਸਾਡਾ ਫਰਜ਼ ਬਣਦਾ ਉਹਨੂੰ ਆਪਾਂ ਅਕਨੋਲੇਜ ਕਰੀਏ ਅਤੇ ਪਾਰਟੀ ਪੋਲੀਟਿਕਸ ਦੇ ਵਿੱਚ ਇਨਵੋਲਵ ਕਰੀਏ। ਜੀ
ਕਿਉਂਕਿ ਦੇਖੋ ਜਿਹੜਾ ਦਿੱਲੀ ਤੋਂ ਅੰਮ੍ਰਿਤਸਰ ਦਾ ਸਫ਼ਰ ਆ, ਸਾਡੇ ਬਜ਼ੁਰਗ ਕਾਫੀ ਹਰ ਸਾਲ ਜਿਹੜੇ ਇੱਥੇ ਹੈਗੇ ਆ ਉਹ ਟਰੈਵਲ ਤਾਂ ਕਰਦੇ ਕਰਦੇ ਹੈਗੇ। ਤਾਂ ਹੁਣ ਜਿਸ ਤਰ੍ਹਾਂ ਕਿ ਤੁਸੀਂ ਮੈਂਸ਼ਨ ਕੀਤਾ ਕਿ ਜਿਹੜੀ ਫਸਟ ਕਲਾਸ ਹੈਗੀ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਟਰੈਵਲ ਕਰੂਗੇ ਹੁਣ। ਤੇ ਲੋਕਾਂ ਦਾ ਜਿਹੜਾ ਰਿਸਪੌਂਸ ਕਿੱਦਾਂ ਦਾ ਆ, ਤੇ ਨਾਲ ਨਾਲ ਇਹ ਸਾਨੂੰ ਜਿਹੜਾ ਪੰਜਾਬ ਨੂੰ ਕਿੰਨਾ ਕੁ ਫਾਇਦਾ ਹੋਊਗਾ ਇਸ ਫਲਾਈਟ ਦਾ? ਬਹੁਤ ਹੀ ਵੈਲਿਡ ਕੁਐਸਚਨ ਹੈ ਜੀ, ਕਿਉਂਕਿ ਜਦੋਂ ਏਅਰ ਕਨੈਕਟੀਵਿਟੀ ਡਾਇਰੈਕਟ ਸ਼ੁਰੂ ਹੁੰਦੀ ਹੈ ਤਾਂ ਉਸ ਨਾਲ ਸਾਡੀ ਇਕਨੋਮੀ ਤੇ ਬਹੁਤ ਅਸਰ ਪੈਂਦਾ, ਇਕਨੋਮੀ ਬੂਸਟ ਹੁੰਦੀ ਹੈ। ਤੁਸੀਂ ਇਮੇਜਿਨ ਕਰੋ ਕਿ ਅੰਮ੍ਰਿਤਸਰ ਤੋਂ 3 ਫਲਾਈਟਾਂ ਲੰਡਨ ਨੂੰ ਆ ਰਹੀਆਂ ਨੇ ਹਰੇਕ ਹਫ਼ਤੇ, ਤਾਂ ਜਿਹੜੇ ਸਾਰੇ ਪੈਸੇਂਜਰ ਨੇ ਉਹ ਟਰੈਵਲ ਕਰ ਰਹੇ ਨੇ, ਉਹ ਰਸਤੇ 'ਚ ਕਿਤੇ ਰੁਕਣਗੇ, ਕਿਤੇ ਢਾਬਿਆਂ ਤੇ ਖਾਣਗੇ, ਉਸ ਤੋਂ ਬਿਨਾਂ ਟੈਕਸੀ ਹਾਇਰ ਕਰਨਗੇ, ਉਹ ਕਿਸੇ ਹੋਟਲ 'ਚ ਰਹਿਣਗੇ। ਸੋ ਜਿਹੜੀ ਲੋਕਲ ਇਕਨੋਮੀ ਆ ਉਹਨੂੰ ਕਿੰਨੀ ਵੱਡੀ ਬੂਸਟ ਮਿਲਦੀ ਹੈ। ਉਸ ਤੋਂ ਬਿਨਾਂ ਸਾਨੂੰ ਸਾਡੇ ਬਿਜ਼ਨਸ ਕਮਿਊਨਿਟੀ ਨਾਲ ਅਸੀਂ ਮੀਟਿੰਗਾਂ ਕੀਤੀਆਂ, ਉਹਨਾਂ ਨੇ ਦੱਸਿਆ ਕਿ ਜੋ ਸਾਡੇ ਫਰੈਸ਼ ਪ੍ਰੋਡਿਊਸ ਨੇ, ਇਸ ਵਿੱਚ ਤਾਜ਼ੀਆਂ ਸਬਜ਼ੀਆਂ, ਤਾਜ਼ੇ ਫਲ, ਉਹ ਕਾਰਗੋ ਬਾਇਆ ਦਿੱਲੀ ਲਿਆਉਣਾ ਬਹੁਤ ਮੁਸ਼ਕਲ ਆ, ਕਿਉਂਕਿ ਕੋਲਡ ਸਟੋਰੇਜ ਉਹਦਾ ਐਕਸਟਰਾ ਖਰਚਾ। ਤੇ ਜੇ ਅੰਮ੍ਰਿਤਸਰ ਤੋਂ ਕਾਰਗੋ 에ਅਰਲਾਈਨ ਸ਼ੁਰੂ ਹੁੰਦੀ ਹੈ, ਨਾਲ ਕਾਰਗੋ ਸਟਾਰਟ ਹੁੰਦਾ, ਤਾਂ ਉਹਨਾਂ ਲਈ ਜੋ ਪੰਜਾਬ ਦੇ ਸਾਡੇ ਫਾਰਮਰ ਨੇ ਫਰੈਸ਼ ਪ੍ਰੋਡਿਊਸ, ਫਰੈਸ਼ ਵੈਜੀਟੇਬਲਸ, ਉਹ ਡਾਇਰੈਕਟਲੀ ਇੱਥੇ ਲਿਆ ਸਕਦੇ ਆ ਲੰਡਨ। ਹੁਣ ਬਹੁਤ ਸਾਰੀਆਂ ਇਹੋ ਜਿਹੀਆਂ ਵੱਡੀਆਂ ਕੰਪਨੀਆਂ ਨੇ ਜੋ ਨਾਂ ਤਾਂ ਏਸ਼ੀਅਨ ਰੱਖਿਆ ਹੋਇਆ ਉਹਨਾਂ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਕੰਪਨੀ ਦਾ, ਉਹ ਫੂਡ ਸਾਰਾ ਉਹ ਸਾਊਥ ਅਫਰੀਕਾ ਤੋਂ ਆ ਰਿਹਾ, ਅਫਰੀਕਾ ਤੋਂ ਆ ਰਿਹਾ, ਨਾ ਪੰਜਾਬੀ ਲਿਖ ਰਿਹਾ, ਪੰਜਾਬੀ ਫੂਡ, ਪੰਜਾਬੀ ਖਾਣਾ, ਪੰਜਾਬੀ ਸਬਜ਼ੀਆਂ। ਸੋ ਉਹਦਾ ਕਾਰਨ ਹੈ ਕਿ ਪੰਜਾਬ ਤੋਂ ਕਾਰਗੋ ਜੋ ਸਰਵਿਸ ਹੈ ਉਹ ਇੱਕ ਚੈਲੰਜ ਹੈ ਉਹਨਾਂ ਵਾਸਤੇ। ਸੋ ਜੇ ਇਹ ਫਲਾਈਟਾਂ ਹੁਣ ਆਉਣ ਲੱਗੀਆਂ ਨੇ, ਸਾਡੀ ਇਕਨੋਮੀ ਬੂਸਟ ਹੋਊਗੀ, ਬਿਜ਼ਨਸ ਜੋ ਸਾਡਾ ਬੂਸਟ ਹੋਊਗਾ, ਔਰ ਇਹਦੇ ਨਾਲ ਸਾਡੇ ਜੋ ਸਭ ਤੋਂ ਮੇਨ ਗੱਲ ਹੈ, ਸਾਡੇ ਜੋ ਪੈਸੇਂਜਰ ਮਾਤਾਵਾਂ, ਬਜ਼ੁਰਗ, ਬੱਚੇ ਨੇ, ਉਹ ਅੰਮ੍ਰਿਤਸਰ ਗੁਰੂ ਕੀ ਨਗਰੀ ਤੋਂ ਸਿੱਧਾ 8 ਘੰਟਿਆਂ ਤੇ 9 ਘੰਟਿਆਂ 'ਚ ਲੰਡਨ ਪਹੁੰਚ ਸਕਦੇ ਨੇ। ਹਾਂਜੀ, ਇਹਦੇ ਨਾਲ ਨਾਲ ਜਿਸ ਤਰ੍ਹਾਂ ਕਿ ਆਪਾਂ ਕਿਹਾ ਕਿ ਯੂਰਪ ਤੋਂ ਵੀ ਲੋਕੀ ਆ ਸਕਦੇ ਨੇ, ਉਹ ਵੀ ਇੱਥੇ ਆ ਕੇ ਫਿਰ 에ਅਰ ਇੰਡੀਆ ਦੇ ਵਿੱਚ ਡਾਇਰੈਕਟ ਫਲਾਈਟਾਂ ਇੱਥੋਂ ਕਰ ਸਕਦੇ ਨੇ। ਤੇ ਨਾਲ ਇਹ ਜਿਹੜੇ ਕਿ ਬਰਮਿੰਘਮ ਤੋਂ ਵੀ ਇਨ ਦਾ ਫਿਊਚਰ ਕਹਿੰਦੇ ਕਿ ਡਾਇਰੈਕਟ ਫਲਾਈਟ ਅੰਮ੍ਰਿਤਸਰ ਨੂੰ 에ਅਰ ਇੰਡੀਆ ਦੀ ਹੋਗੀ। ਇਹਦੇ ਬਾਰੇ ਵਿੱਚ ਕੀ ਕਹੋਗੇ? ਹਾਂ ਬਿਲਕੁਲ, ਅਸੀਂ ਸਾਡਾ ਇਹ ਬਿਲਕੁਲ ਡਿਮਾਂਡ ਤੇ ਹੈ ਕਿ ਬਰਮਿੰਘਮ ਲੰਡਨ ਨੂੰ, ਦੋਨਾਂ ਸ਼ਹਿਰਾਂ ਨੂੰ ਡਾਇਰੈਕਟ ਅੰਮ੍ਰਿਤਸਰ ਨਾਲ ਜੋੜਿਆ ਜਾਵੇ, ਕਿਉਂਕਿ ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਮਿਡਲੈਂਡ 'ਚ ਬਰਮਿੰਘਮ 'ਚ ਵੀ ਸਾਡੀ ਪੰਜਾਬੀਆਂ ਲਈ ਬਹੁਤ ਵੱਡੀ ਗਿਣਤੀ ਹੈ, ਔਰ ਉਹਨਾਂ ਲਈ ਵੀ ਤਕਰੀਬਨ 1.5 ਘੰਟਾ ਬਰਮਿੰਘਮ ਤੋਂ ਲੰਡਨ ਆਉਣਾ, ਟਰੈਵਲ ਕਰਨਾ, ਇਹ ਵੀ ਬਹੁਤ ਮੁਸ਼ਕਲ ਹੈ, ਇੱਕ ਐਕਸਟਰਾ ਮਤਲਬ ਟਾਈਮ ਐਡ ਹੁੰਦਾ। ਸੋ ਜਿਸ ਤਰੀਕੇ ਨਾਲ ਪਹਿਲਾਂ ਸਕਸੈਸਫੁਲੀ ਬਰਮਿੰਘਮ ਤੋਂ ਉਡਾਨਾਂ ਚੱਲੀਆਂ ਨੇ, ਇਸੇ ਤਰੀਕੇ ਨਾਲ ਹੀ ਸਾਡੀ ਇਹ ਲਗਾਤਾਰ ਡਿਮਾਂਡ ਹੈ ਕਿ ਬਰਮਿੰਘਮ ਤੇ ਲੰਡਨ ਤੋਂ ਲਗਾਤਾਰ, ਇਹ ਸਾਡੀਆਂ 3 ਫਲਾਈਟਾਂ ਹਰੇਕ ਹਫ਼ਤੇ ਬਰਮਿੰਘਮ ਤੋਂ ਜਾ ਰਹੀਆਂ, 3 ਲੰਡਨ ਤੋਂ ਜਾ ਰਹੀਆਂ, ਜੇ 6 ਫਲਾਈਟਾਂ ਹਰੇਕ ਹਫ਼ਤੇ ਜਾ ਰਹੀਆਂ ਨੇ, ਤਾਂ ਇਹ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਇਹ ਸਾਰੀਆਂ ਫਲਾਈਟਾਂ ਪ੍ਰੋਪਰ ਬੁੱਕ ਹੋ ਕੇ ਜਾਣਗੀਆਂ, ਖਾਲੀ ਨਹੀਂ ਜਾਊਗੀ ਫਲਾਈਟ। ਕਿਉਂਕਿ ਜੋ ਸਾਡੀ, ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਇਕਨੋਮਿਕ ਸਰਕਮਸਟੈਂਸਿਸ ਤੋਂ ਡਿਫਰੈਂਟ ਨੇ, ਔਰ ਸਾਡੀ ਜੋ ਵੱਡੀ ਗਿਣਤੀ ਵਿੱਚ ਰਿਟਾਇਰਡ ਕਮਿਊਨਿਟੀ ਆ, ਉਹ ਬਹੁਤ ਹੀ ਵੱਡੀ ਗਿਣਤੀ ਵਿੱਚ ਹਰੇਕ ਸਾਲ ਪੰਜਾਬ ਜਾਂਦੇ ਨੇ। ਉਸ ਤੋਂ ਬਿਨਾਂ ਸਾਡੇ ਨੌਜਵਾਨ ਵੀ ਬਹੁਤ ਨੇ ਜੋ ਲਗਾਤਾਰ ਟਰੈਵਲ ਕਰਦੇ ਨੇ। ਸੋ ਇਸ ਕਰਕੇ ਜੋ ਇਹ ਟਰੈਵਲ ਦੀ ਇਹ ਡਿਮਾਂਡ ਹੈ ਪੰਜਾਬ ਦੀ, ਉਹ ਬਹੁਤ ਵੱਧ ਚੁੱਕੀ ਹੈ। ਉਸ ਤੋਂ ਬਿਨਾਂ ਮੈਂ ਇਹ ਵੀ ਮੈਂਸ਼ਨ ਕਰਨਾ ਚਾਹੁੰਦਾ ਕਿ ਆ BBC ਨੇ ਜੋ ਪਿਛਲੀ ਵਾਰੀ 2-3 ਵਾਰ ਇਹ ਸਰਵੇ ਕੀਤਾ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਰਲਡ ਦਾ ਟੌਪ 10 ਮੋਸਟ ਵਿਜ਼ਿਟਡ ਡੈਸਟੀਨੇਸ਼ਨ ਹੈ। ਕਿੰਨੇ ਟੂਰਿਸਟ ਨੇ ਜਿਹੜੇ ਨੌਨ ਪੰਜਾਬੀ, ਉਹ ਹਰ ਇੱਕ ਸਾਲ ਅੰਮ੍ਰਿਤਸਰ ਦਰਬਾਰ ਸਾਹਿਬ ਜਾਂਦੇ ਨੇ, ਉਹ ਪੰਜਾਬ ਦੇ ਹੋਰ ਸ਼ਹਿਰਾਂ ਜਾਂਦੇ ਨੇ। ਸੋ ਉਹਨਾਂ ਵਾਸਤੇ ਵੀ ਇੱਕ ਇਹ ਵਧੀਆ ਚੀਜ਼ ਹੋਵੇਗੀ ਕਿ ਉਹ ਡਾਇਰੈਕਟਲੀ ਫਲਾਈਟ ਲੈ ਕੇ ਅੰਮ੍ਰਿਤਸਰ ਜਾ ਸਕਣ। ਸੋ ਇਹ ਓਵਰਆਲ ਸਾਨੂੰ ਸਾਰੀ ਪੰਜਾਬੀ ਕਮਿਊਨਿਟੀ, ਸਿੱਖ ਕਮਿਊਨਿਟੀ ਦੇ ਨਾਲ ਜੋ ਸਾਡੇ ਟੂਰਿਸਟ ਨੇ, ਉਹਨਾਂ ਲਈ ਵੀ ਇਹ ਇੱਕ ਬਹੁਤ ਗੁੱਡ ਨਿਊਜ਼ ਹੈ। ਹਾਂਜੀ, ਟੂਰਿਸਟ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਹਰਿਮੰਦਰ ਸਾਹਿਬ ਦਾ ਮੈਂਸ਼ਨ ਕੀਤਾ ਕਿ ਕਈ ਲੋਕ ਇਹੀ ਕਹਿੰਦੇ ਕਿ ਦਿੱਲੀ ਤੋਂ ਜਾਓਗੇ, ਫਿਰ ਇੰਨਾ ਟਰੈਵਲ ਕਰੋਗੇ, ਫਿਰ ਥੱਕ ਜਾਵਾਂਗੇ, ਤੇ ਇਹਨਾਂ ਦੇ ਆਪਣੇ ਪੰਜਾਬੀਆਂ ਦੇ ਜਿਹੜੇ ਚਿਹਰੇ ਆ ਹੁਣ ਖੁਸ਼ੀ ਨਾਲ ਖਿੜੇ ਹੋ, ਉਹਨਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਤੁਹਾਡਾ ਆ। ਤੇ ਨਾਲ ਜਿਹੜੇ ਹੋਰ ਤੁਸੀਂ ਕੰਮ ਕਰਦੇ ਹੋ, ਚੈਰਿਟੀ ਦਾ ਕਰਦੇ ਹੋ, ਤੁਸੀਂ ਵਾਤਾਵਰਨ ਪ੍ਰਦੂਸ਼ਣ ਦਾ 22 ਸਾਲਾਂ ਤੋਂ ਤੁਸੀਂ ਕੰਮ ਕਰ ਰਹੇ, ਤੁਸੀਂ ਸੀਨੀਅਰ ਆਫੀਸਰ ਹੋ, ਉਹ ਤੁਹਾਡੀਆਂ ਕਿਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ ਆਪਣੇ ਕੰਮ ਦੇ? ਬਿਲਕੁਲ, ਮੈਂ ਉਹਦੇ ਬਾਰੇ ਮੈਂਸ਼ਨ ਕਰੂ। ਜਿਹੜਾ ਤੁਸੀਂ ਕਿਹਾ ਵੀ ਇਹ ਸਕਸੈਸ ਹੋਈ ਹੈ, ਇਹ ਕੋਈ ਮੇਰੇ ਇਕੱਲੇ ਦੀ ਜਾਂ ਸੇਵਾ ਟਰਸਟ ਦੀ ਸਕਸੈਸ ਨਹੀਂ, ਇਹ ਇੱਕ ਕਲੈਕਟਿਵ ਸਾਡੀ ਸਾਰੀ ਕਮਿਊਨਿਟੀ ਦੀ ਸਕਸੈਸ ਹੈ। ਔਰ ਇਸ ਵਿੱਚ ਬਹੁਤ ਸਾਰੇ ਹੋਰ ਵੀ, ਅੰਮ੍ਰਿਤਸਰ ਵਿਕਾਸ ਮੰਚ, ਸਾਡੇ ਮੈਂਬਰ ਪਾਰਲੀਮੈਂਟ, ਸਭ ਦਾ ਇਹ ਕਲੈਕਟਿਵ ਇਹਦੇ 'ਚ ਯੋਗਦਾਨ। ਤੇ ਜੋ ਤੁਸੀਂ ਹੋਰ ਸੇਵਾਵਾਂ ਦੀ ਗੱਲ ਕੀਤੀ ਆ, ਉਹ ਮੈਂ ਅਪਡੇਟ ਕਰਨਾ ਚਾਹੁੰਦਾ ਕਿ ਮੇਰੀ ਜੋ ਇਨਵੋਲਵਮੈਂਟ ਪ੍ਰੋਫੈਸ਼ਨਲ ਲੈਵਲ ਤੇ, ਉਹ ਆਮ ਸੀਨੀਅਰ ਇਨਵਾਇਰਨਮੈਂਟ ਆਫੀਸਰ ਜੋ ਡੈਫਰਾ UK ਗਵਰਨਮੈਂਟ ਦਾ ਜੋ ਇਨਵਾਇਰਨਮੈਂਟ ਦਾ ਡਿਪਾਰਟਮੈਂਟ ਆ, ਉਹਦੇ ਵਿੱਚ ਮੈਂ ਤਕਰੀਬਨ 22 ਸਾਲਾਂ ਤੋਂ ਆਪਣੀ ਫੁੱਲ ਟਾਈਮ ਜੌਬ ਕਰ ਰਿਹਾ, ਜਿਸ ਵਿੱਚ ਇਨਵਾਇਰਨਮੈਂਟ, ਪੋਲੂਸ਼ਨ, ਰੈਗੂਲੇਟਰੀ ਕੰਪਲਾਇੰਸ
ਤੇ ਇਹਦੇ ਨਾਲ ਮੇਰਾ ਇੱਕ ਵੱਡਾ ਰੋਲ ਮੈਨੂੰ ਇਹ ਦਿੱਤਾ ਗਿਆ ਸੀ ਕਿ ਸਾਡੇ ਕੰਮ 'ਚ ਜੋ ਪਬਲਿਕ ਸੈਕਟਰ ਉਸ ਵਿੱਚ ਇਕੁਆਲਿਟੀ, ਜਿਸ ਵਿੱਚ ਕਿਉਂਕਿ ਜੋ ਸਾਡੀ ਆਰਗੇਨਾਈਜੇਸ਼ਨ ਉਹਦੇ 'ਚ ਮੈਜੋਰਿਟੀ ਨੇ ਜਿਹੜੇ ਉਹ ਮਤਲਬ ਵਾਈਟ ਆਫੀਸਰਸ ਨੇ, ਓਵਰ 96% ਜੋ ਸਾਡੇ ਸਟਾਫ ਮੈਂਬਰ ਆ ਯੂਕੇ 'ਚ, ਥਰੂ ਆਊਟ ਯੂਕੇ 'ਚ ਤਕਰੀਬਨ 12,500 ਸਟਾਫ ਮੈਂਬਰ ਨੇ ਸਾਡੇ, ਉਹਦੇ 'ਚ 95% ਆ ਜਿਹੜੇ ਉਹ ਮਤਲਬ ਵਾਈਟ ਬੈਕਗਰਾਊਂਡ ਦੇ, ਤੇ ਸਿਰਫ 5% ਤੋਂ ਘੱਟ ਨੇ ਜਿਹੜੇ ਨਾਨ ਵਾਈਟ ਬੈਕਗਰਾਊਂਡ ਦੇ। ਸੋ ਇਹ ਇੱਕ ਮੈਨੂੰ ਜ਼ਿੰਮੇਵਾਰੀ ਮਿਲੀ ਸੀ ਕਿ ਈਸਟ ਆਫ ਇੰਗਲੈਂਡ, ਈਸਟ ਐਂਗਲੀਆ ਏਰੀਆ ਵਿੱਚ ਜੋ ਸਭ ਤੋਂ ਘੱਟ ਗਿਣਤੀ ਵਿੱਚ, ਜੋ ਘੱਟ ਗਿਣਤੀਆਂ ਦੇ ਸਾਡੇ ਸਟਾਫ ਮੈਂਬਰ ਆ, ਉਹਨਾਂ ਨੂੰ ਕਿਸੇ ਤਰੀਕੇ ਨਾਲ ਇਨਕਰੇਜ ਕਰਕੇ ਜੋ ਸਾਡੇ ਯੰਗ ਯੂਨੀਵਰਸਿਟੀ ਗ੍ਰੈਜੂਏਟ, ਪੋਸਟ ਗ੍ਰੈਜੂਏਟਸ ਨੇ, ਉਹਨਾਂ ਨੂੰ ਇਹ ਕਨਵਿੰਸ ਕੀਤਾ ਜਾਵੇ ਕਿ ਇਨਵਾਇਰਮੈਂਟਲ ਫੀਲਡ ਵਿੱਚ ਆਉਣ ਅਤੇ ਆ ਕੇ ਜੋ ਸਰਕਾਰੀ ਨੌਕਰੀਆਂ ਨੇ, ਪਬਲਿਕ ਸੈਕਟਰ, ਸੈਂਟਰਲ ਗਵਰਨਮੈਂਟ ਦੀਆਂ ਨੌਕਰੀਆਂ, ਉਹਨੂੰ ਜੁਆਇਨ ਕਰਨ। ਸੋ ਇਹਦੇ 'ਚ ਮੈਂ ਤਕਰੀਬਨ 5 ਸਾਲ ਕੰਮ ਇਸ ਕੈਂਪੇਨ 'ਚ ਕੰਮ ਕੀਤਾ। ਹੁਣ ਵੀ ਮੈਂ ਕੰਮ ਦੀ ਸਾਡੀ ਇੱਕ ਆਰਗੇਨਾਈਜੇਸ਼ਨ ਹੈ ਜਿਸ ਨੂੰ ਕਹਿੰਦੇ BAME, ਬਲੈਕ ਏਸ਼ੀਅਨ ਮਾਈਨੋਰਿਟੀ ਐਥਨਿਕ ਨੈਟਵਰਕ, ਮੈਂ ਉਹਦਾ ਐਕਟਿਵ ਮੈਂਬਰ ਹਾਂ। ਤੇ ਅਸੀਂ ਨਿਰੰਤਰ ਇਹ ਯੂਨੀਵਰਸਿਟੀਆਂ ਨਾਲ, ਇਹ ਸਾਡੀਆਂ ਸਿੱਖ ਸੰਸਥਾਵਾਂ ਨਾਲ ਜਾਂ ਏਸ਼ੀਅਨ ਇੰਡੀਅਨ ਸੰਸਥਾਵਾਂ ਨਾਲ ਰਲ ਕੇ ਕੰਮ ਕਰ ਰਹੇ ਹਾਂ। ਅੱਗੇ ਅਸੀਂ ਬੱਚੇ ਜੋ ਸਾਡੇ ਗ੍ਰੈਜੂਏਟ ਹੋ ਰਹੇ, ਪੋਸਟ ਗ੍ਰੈਜੂਏਟ ਹੋ ਰਹੇ ਆ, ਉਹਨਾਂ ਨੂੰ ਇਹ ਦੱਸ ਸਕੀਏ, ਗਾਈਡ ਕਰ ਸਕੀਏ ਕਿ ਸਰਕਾਰੀ ਨੌਕਰੀਆਂ 'ਚ ਵੀ, ਸੈਂਟਰਲ ਗਵਰਨਮੈਂਟ ਦੀਆਂ ਜੌਬਸ ਵਿੱਚ ਵੀ ਫਿਊਚਰ ਹੈ। ਸੋ ਦੂਸਰਾ ਮੇਰਾ ਜੋ ਮੇਨ ਜੀ, ਤੁਹਾਨੂੰ ਕੀ ਲੱਗਦਾ ਕਿ ਇਸ ਸਾਈਡ ਤੇ ਆਪਣੇ ਜਿਹੜੇ ਬੱਚੇ ਹੈਗੇ ਆ ਘੱਟ ਜਾਂਦੇ ਆ, ਇਸ ਕਰਕੇ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ ਕਿ ਉਧਰ ਨੂੰ ਵੀ ਇਹਨਾਂ ਦਾ ਥੋੜਾ ਧਿਆਨ ਖਿੱਚੀਏ ਕਿ ਇਹ ਵੀ ਬਹੁਤ ਵਧੀਆ ਇੱਕ ਕੰਮ ਹੈਗਾ ਜਿਹਦੇ ਵਿੱਚ ਤੁਸੀਂ ਤਰੱਕੀ ਕਰ ਸਕਦੇ ਹੋ? ਜੀ ਬਿਲਕੁਲ, ਕਿਉਂਕਿ ਆਪਣੇ ਏਸ਼ੀਅਨ ਬੱਚੇ, ਹੁਣ ਜਿਵੇਂ ਅਕਾਊਂਟੈਂਸੀ ਹੋ ਗਿਆ, ਲਾਇਰ ਹੋ ਗਏ, ਡਾਕਟਰਸ ਹੋ ਗਏ, ਮੈਡੀਸਨ ਹੋ ਗਏ, ਇਹ ਪ੍ਰੋਫੈਸ਼ਨ ਸਾਰਿਆਂ ਨੂੰ ਪਤਾ, ਸਾਰੇ ਬੱਚੇ ਸਾਡੇ ਫਾਰਮਾਸਿਸਟ, ਇਹ ਸਾਡੇ ਕਾਮਨ ਪ੍ਰੋਫੈਸ਼ਨ ਨੇ। ਇੱਥੇ ਪੇਰੈਂਟਸ ਦਾ ਸਾਰਾ ਜ਼ੋਰ ਲੱਗਿਆ ਹੁੰਦਾ ਕਿ ਬੱਚਾ ਸਾਡਾ ਡਾਕਟਰ ਬਣੇ, ਅਕਾਊਂਟੈਂਟ ਬਣੇ। ਇਹ ਵੀ ਵਧੀਆ ਗੱਲ ਆ, ਇਹ ਬੱਚਾ ਕਿਸੇ ਵੀ ਪ੍ਰੋਫੈਸ਼ਨਲ ਫੀਲਡ ਜਾਂਦਾ ਤਾਂ ਪੇਰੈਂਟਸ ਨੂੰ ਮਾਣ ਹੋਣਾ ਚਾਹੀਦਾ। ਪਰ ਉਹਦੇ ਨਾਲ ਜਿਹੜੇ ਹੋਰ ਫੀਲਡ ਹੈਗੇ ਜਿਹਦੇ ਵਿੱਚ ਇਨਵਾਇਰਮੈਂਟਲ ਸਾਇੰਟਿਸਟ ਹੋ ਗਿਆ, ਰਿਸਰਚਰ ਹੋ ਗਏ, ਉਸ ਤੋਂ ਬਿਨਾਂ ਪੋਲੂਸ਼ਨ ਕੰਟਰੋਲ ਹੋ ਗਿਆ, ਇਹ ਵੀ ਇੱਕ ਮਤਲਬ ਪ੍ਰੋਫੈਸ਼ਨਲ ਫੀਲਡ ਨੇ। ਸੋ ਸਾਡੇ ਬੱਚਿਆਂ ਦਾ ਰੁਝਾਨ ਉਧਰ ਵੀ ਚਾਹੀਦਾ ਕਿ ਜ਼ਰੂਰੀ ਨਹੀਂ ਕਿ ਅਸੀਂ ਲਾਈਫ ਵਿੱਚ ਸਿਰਫ ਡਾਕਟਰ ਬਣ ਕੇ ਜਾਂ ਅਕਾਊਂਟੈਂਟ ਬਣ ਕੇ ਸਮਾਜ ਦੀ ਸੇਵਾ ਕਰ ਸਕਦੇ ਹਾਂ। ਅਸੀਂ ਗੁਰੂ ਨਾਨਕ ਦੇਵ ਜੀ ਨੇ ਮੈਸੇਜ ਦਿੱਤਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਉਹਨਾਂ ਨੇ ਇੰਨੀ ਇੰਪੋਰਟੈਂਸ ਦਿੱਤੀ ਸੀ, ਟੂ ਪ੍ਰੋਟੈਕਟ ਏਅਰ, ਟੂ ਪ੍ਰੋਟੈਕਟ ਵਾਟਰ, ਟੂ ਪ੍ਰੋਟੈਕਟ ਸੋਇਲ। ਗੁਰੂ ਨਾਨਕ ਦੇਵ ਜੀ ਦਾ ਮੈਸੇਜ ਆ ਸਾਡੇ ਸਾਰਿਆਂ ਲਈ। ਸੋ ਜੇ ਅਸੀਂ ਵਾਤਾਵਰਨ ਨੂੰ ਪ੍ਰੋਟੈਕਟ ਕਰਨ ਵਿੱਚ ਐਜ਼ ਏ ਪ੍ਰੋਫੈਸ਼ਨਲ ਜੋਬ ਦੀ, ਮਤਲਬ ਇਹ ਪ੍ਰੋਫੈਸ਼ਨ ਕੈਰੀਅਰ ਵੀ ਬਣਾਈਏ, ਔਰ ਨਾਲ ਗੁਰੂ ਮਹਾਰਾਜ ਜੋ ਮੈਸੇਜ ਹੈ ਅਸੀਂ ਉਹਦੇ ਤੇ ਵੀ ਚੱਲੀਏ। ਇਹ ਜਿਵੇਂ ਕਹਿੰਦੇ ਇੱਕ ਪੰਥ ਦੋ ਕਾਜ। ਇਸ ਕਰਕੇ ਅਲੱਗ-ਅਲੱਗ ਯੂਨੀਵਰਸਿਟੀਆਂ ਵਿੱਚ, ਗੁਰੂ ਘਰਾਂ ਵਿੱਚ, ਹੋਰ ਸੰਸਥਾਵਾਂ ਵਿੱਚ ਜਾ ਕੇ ਸਾਡੀ ਟੀਮ ਹੈਗੀ, ਅਸੀਂ ਇਹਦੇ ਬਾਰੇ ਪ੍ਰੋਪਰ ਅਵੇਅਰਨੈਸ ਕਰਦੇ ਹਾਂ। ਔਰ ਉਸ ਤੋਂ ਬਿਨਾਂ ਸਾਡੀ ਇਹੋ ਜਿਹੀ ਸਕੀਮ ਹੈਗੀ ਜਿਹਦੇ ਵਿੱਚ ਗ੍ਰੈਜੂਏਟ ਅਸੀਂ ਜੌਬ ਦਿੰਦੇ ਹਾਂ। ਗ੍ਰੈਜੂਏਟ ਬੱਚਾ ਜੋ ਗ੍ਰੈਜੂਏਸ਼ਨ ਕਰਨ ਤੋਂ ਪਹਿਲਾਂ ਉਸਨੂੰ ਅਪ੍ਰੈਂਟਿਸਸ਼ਿਪ ਦੇ ਅੰਡਰ ਜੌਬ ਮਿਲ ਜਾਂਦੀ ਆ, ਤੇ ਉਹਦਾ ਜਿਹੜਾ ਗ੍ਰੈਜੂਏਸ਼ਨ ਦਾ ਖਰਚਾ ਉਹ ਇਨਵਾਇਰਮੈਂਟ ਏਜੰਸੀ ਪੇ ਕਰਦੀ ਹੈ। ਸੋ ਇਸ ਤਰੀਕੇ ਨਾਲ ਅਸੀਂ ਮਤਲਬ ਆਪਣੇ ਤੌਰ ਤੇ ਪੂਰਾ ਉਪਰਾਲਾ ਕਰ ਰਹੇ ਹਾਂ ਕਿ ਜੋ ਸਾਡੀਆਂ ਕਮਿਊਨਿਟੀਆਂ ਹਨ ਉਹਨਾਂ ਚੋਂ ਵੱਧ ਤੋਂ ਵੱਧ ਬੱਚੇ ਇਸ ਇਧਰ ਇਨਵਾਇਰਮੈਂਟ ਦੇ ਕਰੀਅਰ ਵਿੱਚ ਵੀ ਆਉਣ। ਹਾਂਜੀ, ਤੇ ਇੱਕ ਜਿਹੜਾ ਕਿ ਤੁਹਾਨੂੰ ਤੁਹਾਡੇ MBE ਦਾ ਜਿਹੜਾ ਖਿਤਾਬ ਆ ਮਹਾਰਾਣੀ ਨੇ ਤੁਹਾਡੀ ਝੋਲੀ ਵਿੱਚ ਪਾਇਆ, ਤੇ ਉਹਦੇ ਪਿੱਛੇ ਜਿਹੜੀ ਮਿਹਨਤ ਆ ਉਹਦੇ ਬਾਰੇ ਵਿੱਚ ਦੱਸੋ, ਉਹ ਕਿੱਦਾਂ ਤੁਹਾਨੂੰ ਮਿਲਿਆ? ਹਾਂਜੀ, ਮੈਂ ਪਹਿਲਾਂ ਵੀ ਸਟਾਰਟਿੰਗ 'ਚ ਮੈਂਸ਼ਨ ਕੀਤਾ ਕਿ ਕੋਈ ਤੁਹਾਨੂੰ ਆਨਰ ਮਿਲਦਾ, ਕਿਤਾਬ ਮਿਲਦਾ, ਇਹ ਗੁਰੂ ਮਹਾਰਾਜ ਦੀ ਬਖਸ਼ ਤੇ ਸੰਗਤਾਂ ਦੇ ਆਸ਼ੀਰਵਾਦ ਸਹਿਯੋਗ ਤੋਂ ਨਹੀਂ ਮਿਲਦਾ। ਔਰ ਨਾਲ ਹੀ ਨਾਲ ਜਦੋਂ ਤੁਹਾਨੂੰ ਕੋਈ ਇਹੋ ਜਿਹੀ ਰੈਕਗਨੀਸ਼ਨ ਮਿਲਦੀ, ਇਟ ਕਮਸ ਵਿਦ ਮੋਰ ਰਿਸਪੌਂਸਿਬਿਲਿਟੀ, ਕਿਉਂਕਿ ਤੁਹਾਡੀ ਜੋ ਰਿਸਪੌਂਸਿਬਿਲਿਟੀ ਸੀ ਉਹ ਅੱਗੇ ਨਾਲੋਂ ਦੁੱਗਣੀ ਚੌਗਣੀ ਹੋ ਜਾਂਦੀ ਹੈ ਕਿ ਜੇ ਤੁਸੀਂ ਕੋਈ ਵਧੀਆ ਕੰਮ ਕੀਤਾ ਤਾਂ ਉਹ ਕੰਮ ਨੂੰ ਨਿਰੰਤਰ ਵਧੀਆ ਕਰਨਾ, ਔਰ ਉਸ ਤੋਂ ਵੀ ਵਧੇਰੇ ਸੁਚੱਜੇ ਤਰੀਕੇ ਨਾਲ ਅਗਾਂਹ ਤੋਂ ਕਰਨ ਦੀ ਕੋਸ਼ਿਸ਼ ਕਰਨੀ। ਸੋ ਮੇਰੀ ਇਨਵੋਲਵਮੈਂਟ ਪਿਛਲੇ 22 ਸਾਲਾਂ ਤੋਂ ਬੈਡਫੋਰਡਸ਼ਾਇਰ ਵਿੱਚ ਮੈਂ ਲੋਕਲ ਕਾਉਂਸਲਰ ਹਾਂ ਪਿਛਲੇ 20 ਸਾਲਾਂ ਤੋਂ। ਉਸ ਤੋਂ ਬਿਨਾਂ ਜੋ ਸੇਵਾ ਟਰਸਟ ਦੇ ਥਰੂ ਅਸੀਂ ਪਿਛਲੇ ਤਕਰੀਬਨ 7 ਸਾਲਾਂ ਤੋਂ ਲਗਾਤਾਰ ਜੋ ਇੱਥੋਂ ਦੀਆਂ ਕਮਿਊਨਿਟੀਆਂ ਚੈਰਿਟੀ ਕੰਮ ਵਰਕ ਵੀ ਬਹੁਤ ਜ਼ਿਆਦਾ ਕਰਦੇ ਹੋ ਜੀ। ਹਾਂਜੀ ਹਾਂ ਜੀ, ਬਿਲਕੁਲ। ਇਹ ਜੇ ਮੈਂ ਤੁਹਾਨੂੰ ਇਹ ਮੈਂਸ਼ਨ ਕਰਾਂ ਕਿ ਚੈਰਿਟੀ ਵਰਕ ਇਜ਼ ਆਲਸੋ ਸੈਕੰਡ ਟਾਈਮ ਫੁੱਲ ਟਾਈਮ ਜੌਬ, ਆਲਦੋ ਇਟਸ ਅਨਪੇਡ ਵੋਲੰਟਰੀ ਵਰਕ, ਸੇਵਾ ਹੈ। ਪਰ ਬਹੁਤ ਜ਼ਿਆਦਾ ਕੰਮ ਮੇਰਾ ਵੀਕਐਂਡ ਵੀ, ਈਵਨਿੰਗ ਜਦੋਂ ਵੀ ਕੰਮ ਤੋਂ ਮੈਂ ਕਈ ਵਾਰ ਕੰਮ ਤੋਂ ਛੁੱਟੀ ਲੈ ਕੇ ਵੀ ਮੈਨੂੰ ਇੱਧਰ ਜੋ ਚੈਰਿਟੀ ਦਾ ਕੰਮ ਮੈਂ ਕਰਦਾ, ਉਹ ਸਾਡੀ ਸਮੁੱਚੀ ਟੀਮ ਹੈ। ਔਰ ਅਸੀਂ ਜੋ ਲੋਕਲ ਕਮਿਊਨਿਟੀਆਂ ਨੇ ਉਸ ਵਿੱਚ ਐਜੂਕੇਸ਼ਨ ਦਾ ਕੰਮ ਕਰ ਰਹੇ ਹਾਂ, ਹੈਲਥ ਅਵੇਅਰਨੈਸ ਦਾ ਕੰਮ ਕਰ ਰਹੇ ਹਾਂ। ਕੋਵਿਡ ਦੇ ਵਿੱਚ ਅਸੀਂ 2.5 ਸਾਲ ਲਗਾਤਾਰ 350 ਪਰਿਵਾਰ ਬੈਡਫੋਰਡਸ਼ਾਇਰ ਦੇ 350 ਪਰਿਵਾਰਾਂ ਨੂੰ ਅਸੀਂ ਲੁੱਕ ਆਫਟਰ ਕੀਤਾ, ਜਿਹਦੇ ਵਿੱਚ ਸਾਡੇ ਬਹੁਤ ਏਸ਼ੀਅਨ, ਨਾਨ ਏਸ਼ੀਅਨ ਬਜ਼ੁਰਗ ਜੋ ਜਿਨ੍ਹਾਂ ਦੇ ਪਰਿਵਾਰ
ਉਹ ਕਿਤੇ ਦੂਰ ਰਹਿ ਰਹੇ ਸੀ, ਜਿਵੇਂ ਸਪੋਜ਼ ਕਰੋ ਕੋਈ ਐਲਡਰਲੀ ਬਜ਼ੁਰਗ ਨੇ, ਉਹ ਲੋਕਡਾਊਨ 'ਚ ਇਕੱਲੇ ਰਹਿ ਰਹੇ ਆ, ਉਹਨਾਂ ਪਾਸ ਕੋਈ ਸ਼ਾਪਿੰਗ ਲਈ ਹੈ ਨਹੀਂਗਾ, ਤਾਂ ਉਹਨਾਂ ਨੂੰ ਸ਼ਾਪਿੰਗ ਕਰਕੇ ਦੇਣੀ। ਉਹ ਕਾਫੀ ਇਹੋ ਜਿਹੇ ਬਜ਼ੁਰਗ ਨੇ ਜੋ ਘਰੇ ਫੂਡ ਨਹੀਂ ਕੁੱਕ ਕਰ ਸਕਦੇ, ਉਹਨਾਂ ਨੂੰ ਹੌਟ ਫੂਡ ਪ੍ਰੋਵਾਈਡ ਕਰਨਾ। ਇੱਥੋਂ ਤੱਕ ਹੁਣ ਵੀ ਸਾਡੇ ਪਾਸ ਕਾਫੀ ਪਰਿਵਾਰ ਆ ਜਿਨ੍ਹਾਂ ਨੂੰ ਅਸੀਂ ਫੂਡ ਦੇ ਰਹੇ ਹਾਂ। ਹਾਂਜੀ, ਤੁਸੀਂ ਸਟੂਡੈਂਟਸ ਜਿਹੜੇ ਆ ਉਹਨਾਂ ਦੀ ਵੀ ਕਾਫੀ ਲੁੱਕ ਆਫਟਰ ਕੀਤੀ ਆ, ਜਿਹੜੇ ਕੋਵਿਡ ਜਿਨ੍ਹਾਂ ਕੋ ਕਿਰਾਏ ਨਹੀਂ ਸੀ, ਘਰ ਨਹੀਂ ਸੀ ਰਹਿਣ ਦੇ, ਉਹਨਾਂ ਬਾਰੇ ਵੀ ਥੋੜਾ ਜਿਹਾ ਦੱਸੋ। ਹਾਂ, ਜਦੋਂ ਲੋਕਡਾਊਨ ਯੂਕੇ ਸ਼ੁਰੂ ਹੋਇਆ ਮਾਰਚ 2020 ਚ, ਬਹੁਤ ਸਾਰੇ ਸਾਡੇ ਇਹ ਜਿਹੇ ਇੰਡੀਅਨ ਸਟੂਡੈਂਟ, ਖਾਸ ਕਰਕੇ ਪੰਜਾਬੀ ਸਟੂਡੈਂਟਸ ਜੋ ਫਸਟ ਟਾਈਮ ਇੱਥੇ ਯੂਕੇ ਚ ਆਏ ਪੜ੍ਹਨ, ਇਸ ਆਉਣ ਸਾਰੀ ਵਿਦਨ ਫਿਊ ਵੀਕਸ ਲੋਕਡਾਊਨ ਹੋ ਗਿਆ। ਦੇ ਹੈਵ ਨੋ ਪਾਰਟ ਟਾਈਮ ਜੌਬ, ਯੂਨੀਵਰਸਿਟੀਆਂ ਬੰਦ ਹੋ ਗਈਆਂ। ਉਹ ਬੱਚਿਆਂ ਦਾ ਬਹੁਤ ਹੀ ਉਹ ਮਤਲਬ ਦੇ ਗੋਨ ਥਰੂ ਵੈਰੀ ਟਫ ਸਿਚੁਏਸ਼ਨਸ। ਸੋ ਉਹ ਜੇ ਅਸੀਂ ਤਕਰੀਬਨ 750 ਤੋਂ 11 ਬੱਚੇ ਲਗਾਤਾਰ ਇਹ ਸਾਲ ਡੇਢ ਸਾਲ ਉਹਨਾਂ ਨੂੰ ਸਪੋਰਟ ਕੀਤਾ। ਬਹੁਤ ਸਾਰੇ ਇਹੋ ਜਿਹੇ ਬੱਚੇ ਜਿਨ੍ਹਾਂ ਨੂੰ ਅਕੋਮੋਡੇਸ਼ਨ ਦੀ ਪ੍ਰੋਬਲਮ ਸੀ, ਕਿਉਂਕਿ ਲੈਂਡਲੋਰਡ ਨੂੰ ਨੋਟਿਸ ਦਿੱਤੇ ਸੀ ਵੀ ਤੁਸੀਂ ਖਾਲੀ ਕਰੋ, ਕਿਉਂਕਿ ਉਹ ਪੈਸੇ ਨਹੀਂ ਦੇ ਸਕਦੇ ਸੀ। ਕਿਉਂਕਿ ਮੈਂ ਆਪ ਜੀ ਦੇ ਜਿਤਨੇ ਵੀ ਸਰੋਤੇ ਨੇ, ਦਰਸ਼ਕ ਆ, ਉਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਜਦੋਂ ਕੋਈ ਵੀ ਸਟੂਡੈਂਟ ਆਉਂਦਾ ਇੰਡੀਆ ਤੋਂ, ਉਹ ਫੀਸ ਉੱਥੋਂ ਪੇ ਕਰਦਾ, ਬਾਕੀ ਜੋ ਉਹਦੀ ਡੇ ਟੂ ਡੇ ਐਕਸਪੈਂਸਿਸ ਨੇ ਉਹ ਇੱਥੋਂ ਪਾਰਟ ਟਾਈਮ ਜੌਬਸ ਕਰਕੇ ਉਹ ਪੈਸੇ ਕਮਾਉਂਦੇ ਨੇ, ਅਤੇ ਫਿਰ ਆਪਣਾ ਜੋ ਰੋਜ਼ਮਰਾ ਉਹਨਾਂ ਦੀ ਵੀਕਲੀ ਜੋ ਉਹਦੇ ਖਰਚੇ ਉਹ ਪੂਰੇ ਕਰਦੇ ਨੇ। ਸੋ ਉਹ ਸਾਰੇ ਸਟੂਡੈਂਟ ਜਦੋਂ ਇੱਥੇ ਆਏ ਤਾਂ ਆ ਕੇ ਉਹਨਾਂ ਨੂੰ ਜੌਬਸ ਮਿਲੀ ਨਹੀਂ, there was no job, it was a complete lockdown, so they were in a very challenging situations। ਤੇ ਉਹਨਾਂ ਨੂੰ ਅਸੀਂ ਸਾਡੀ ਸਾਰੀ ਟੀਮ ਨੇ ਤਕਰੀਬਨ ਸਾਲ ਡੇਢ ਸਾਲ ਜੋ ਉਹਨਾਂ ਦੀ ਫੂਡਸ ਦੀ, ਰੈਂਟ ਦੀ, ਜੋ ਵੀ ਅਸੀਂ ਨੀਡ ਸੀ ਉਹ ਪੂਰੀ ਕੀਤੀ ਹੈ। ਤੇ ਉਸ ਤੋਂ ਬਿਨਾਂ ਨਾਲ ਅਸੀਂ ਜੋ ਇੰਡੀਅਨ ਹਾਈ ਕਮਿਸ਼ਨ ਨੇ ਇੱਕ ਕੋਲੈਬੋਰੇਸ਼ਨ ਕਰਕੇ ਇੱਕ ਸੰਸਥਾਵਾਂ ਦੀ ਲਿਸਟ ਤਿਆਰ ਕੀਤੀ ਸੀ ਕਿ ਜਦੋਂ ਕੋਈ ਵੀ ਉਹਨਾਂ ਪਾਸ ਇਨਕੁਆਇਰੀ ਜਾਂਦੀ ਹੈ, ਕੋਈ ਇੰਡੀਅਨ ਬੰਦਾ ਜਾਂ ਇੰਡੀਅਨ ਸਟੂਡੈਂਟ, ਪੰਜਾਬੀ ਸਟੂਡੈਂਟ ਕਹਿੰਦਾ ਮੈਨੂੰ ਹੈਲਪ ਦੀ ਲੋੜ ਆ, ਤਾਂ ਉਹ ਇੱਕ ਲੋਕਲ ਚੈਰਿਟੀਆਂ ਨੂੰ ਕਨੈਕਟ ਕਰਵਾ ਦਿੰਦੇ ਸੀ ਵੀ ਆਹ ਲੋਕਲ ਚੈਰਿਟੀਆਂ ਕੰਮ ਕਰਦੀਆਂ, ਐਂਡ ਵੀ ਵਰ ਵਨ ਆਫ ਦੈਮ। ਜੀ, ਤੁਸੀਂ ਲੋਕਲ ਜਿਹੜੇ ਕਾਉਂਸਲਰ ਆ, ਤੁਸੀਂ ਪਿਛਲੇ 20-22 ਸਾਲਾਂ ਤੋਂ ਹੈਗੇ ਆ, ਤੇ ਤੁਹਾਡੀਆਂ ਕੀ ਕੀ ਜ਼ਿੰਮੇਵਾਰੀਆਂ, ਕੀ ਕੀ ਕੰਮ ਕਰਦੇ ਤੁਸੀਂ? ਜੀ ਹਾਂ, ਤਾਂ ਜੋ ਤੁਹਾਡਾ ਲੋਕਲ ਬਜਟ ਹੈ, ਜੋ ਤੁਸੀਂ ਕੌਂਸਲ ਟੈਕਸ ਦੇ ਥਰੂ ਜਦੋਂ ਬਜਟ ਲੋਕ ਕੌਂਸਲ ਟੈਕਸ ਪੇ ਕਰਦੇ, ਉਹਦਾ ਸਰਟਨ ਹਿੱਸਾ ਹਰ ਇੱਕ ਕੌਂਸਲ ਨੂੰ ਜਾਂਦਾ, ਔਰ ਉਹ ਕੌਂਸਲ ਨੇ ਉਹ ਜੋ ਟੈਕਸ ਲੋਕਾਂ ਦਾ ਲਿਆ ਹੋਇਆ ਉਹਨੂੰ ਸਹੀ ਢੰਗ ਨਾਲ ਸਪੈਂਡ ਕਰਨਾ ਤੇ ਉਹਨਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨੀ ਹੈ। ਤੇ ਉਸ ਤੋਂ ਬਾਅਦ ਮੈਂ ਪਲੈਨਿੰਗ ਕਮੇਟੀ 'ਚ, ਕੈਂਪਸਟਨ ਟਾਊਨ ਕੌਂਸਲ 'ਚ ਪਲੈਨਿੰਗ ਕਮੇਟੀ 'ਚ ਇਨਵੋਲਵ ਰਿਹਾ। ਉਸ ਤੋਂ ਬਾਅਦ ਜੋ ਫਾਈਨੈਂਸ ਕਮੇਟੀ ਹੈ, ਫਿਰ ਉਸ ਤੋਂ ਬਾਅਦ ਕਮਿਊਨਿਟੀ ਇੰਗੇਜਮੈਂਟ 'ਚ ਮੈਂ ਕਾਫੀ ਕੰਮ ਕੀਤਾ, ਕਿਉਂਕਿ ਸਾਡੇ ਬਹੁਤ ਇਹੋ ਜਿਹੇ ਕੌਂਸਲਸ ਨੇ ਜਿੱਥੇ ਸਾਡੀ ਰਿਪਰੈਜ਼ੈਂਟੇਸ਼ਨ ਬਹੁਤ ਘੱਟ ਆ। ਇਟਸ ਵੈਰੀ ਹਾਰਡ ਟੂ ਫਾਈਂਡ ਪੀਪਲ ਹੂ ਕੈਨ ਗੋ ਇਨਟੂ ਪੋਲਿਟਿਕਸ, ਖਾਸ ਕਰਕੇ ਲੋਕਲ ਲੈਵਲ ਤੇ। ਜੇ ਸਾਡੀਆਂ ਕੋਈ ਡਿਮਾਂਡਸ ਨੇ, ਸਾਡੀਆਂ ਕੋਈ ਚੈਲੰਜਸ ਨੇ, ਸਾਡੇ ਕੋਈ ਇਸ਼ੂਜ਼ ਨੇ, ਉਹ ਤਾਂ ਸੋਲਵ ਹੋਣਗੇ ਜੇ ਅਸੀਂ ਲੋਕਲ ਲੈਵਲ ਤੇ ਆਪਣੇ ਰੈਪਸ, ਆਪਣੇ ਰਿਪਰੈਜ਼ੈਂਟੇਟਿਵ ਭੇਜਾਂਗੇ। ਸੋ ਉਸ ਬਾਰੇ ਵੀ ਅਸੀਂ ਆਈ ਵਾਸ ਅ ਪਾਰਟ ਆਫ ਦਾ ਟੀਮ ਹੂ ਰੇਜ਼ ਅਵੇਅਰਨੈਸ that we should play an active part in local politics। ਜੇ ਸਾਡੇ ਕੋਈ ਇਸ਼ੂ ਨੇ, ਮਸਲੇ ਨੇ, ਉਹ ਤਾਂ ਐਡਰੈਸ ਹੋਣਗੇ ਜੇ ਅਸੀਂ ਉੱਥੇ ਜਾ ਕੇ ਆਪਣੀ ਰਿਪਰੈਜ਼ੈਂਟੇਸ਼ਨ ਵੀ ਕਰੀਏ। ਸੋ ਇਸ ਤਰੀਕੇ ਨਾਲ ਜੋ ਨੋਰਮਲ ਕੌਂਸਲ ਦੇ ਰੋਲ ਹੁੰਦੇ ਆ, ਉਹਦੇ ਨਾਲ ਜੋ ਸਾਡੀਆਂ ਏਸ਼ੀਅਨ ਕਮਿਊਨਿਟੀ ਆ, ਬਲੈਕ ਐਂਡ ਮਾਈਨੋਰਿਟੀ ਐਥਨਿਕ ਕਮਿਊਨਿਟੀ, ਉਹਨਾਂ ਵਾਸਤੇ ਵੀ ਇੱਕ ਕਲੈਕਟਿਵ ਐਫਰਟ ਪਿਛਲੇ ਕਾਫੀ ਸਾਲਾਂ ਤੋਂ ਮੈਂ ਕਰਦਾ ਆ ਰਿਹਾ। ਹਾਂਜੀ ਜੀ, ਹੁਣ ਜੀ ਸਾਡਾ ਜੀ ਸਮਾਂ ਰਹਿ ਗਿਆ 1 ਮਿੰਟ, ਤੇ ਤੁਸੀਂ ਜਾਣ ਤੋਂ ਪਹਿਲਾਂ ਕੀ ਮੈਸੇਜ ਦੋਗੇ ਸਾਡੇ ਵਿਊਅਰਸ ਨੂੰ, ਸਿੱਖ ਚੈਨਲ ਤੇ ਵਿਊਅਰਸ ਜਿਹੜੇ ਤੁਹਾਨੂੰ ਦੇਖ ਰਹੇ ਆ? ਹਾਂਜੀ, ਮੈਂ ਆਪਦੇ ਚੈਨਲ ਦੇ ਥਰੂ ਬੇਨਤੀ ਕਰਨਾ ਚਾਹੁੰਦਾ ਕਿ ਜੋ ਫਲਾਈਟ ਸ਼ੁਰੂ ਹੋਈ ਆ, ਆਪਾਂ ਇਹਨੂੰ ਵੱਧ ਤੋਂ ਵੱਧ ਯੂਜ਼ ਕਰੀਏ। ਅਸੀਂ ਇਹ ਨਾ ਸੋਚੀਏ ਕਿ ਵਾਇਆ ਦਿੱਲੀ ਜਾ ਕੇ ਸਾਡੇ ਥੋੜੇ ਜਿਹੇ ਪਾਉਂਡ ਬਚ ਜਾਂਦੇ ਨੇ। ਅਸੀਂ ਇਹ ਦੇਖਣਾ ਕਿ ਕਨਵੀਨੀਅੰਟ ਹੈ ਸਾਡੇ ਵਾਸਤੇ, ਤੇ ਜੇ ਫਲਾਈਟ ਅਸੀਂ ਵੱਧ ਤੋਂ ਵੱਧ ਯੂਜ਼ ਕਰਾਂਗੇ ਤਾਂ ਆਉਣ ਵਾਲੇ ਸਮੇਂ 'ਚ ਵੀ ਇਹ ਫਲਾਈਟ ਨਿਰੰਤਰ ਜਾਰੀ ਰਹੂਗੀ। ਔਰ ਦੂਸਰਾ, ਜੋ ਸਾਡੇ ਕਮਿਊਨਿਟੀ ਕਾਰਜ ਨੇ, ਸੇਵਾ ਟਰਸਟ ਚੋਂ ਚੱਲ ਰਹੇ, ਉਹਨਾਂ ਲਈ ਮੈਂ ਬੇਨਤੀ ਕਰਦਾ ਕਿ ਅਸੀਂ ਇਹ ਨਹੀਂ ਕਦੇ ਅੱਜ ਤੱਕ ਕੀਤਾ ਹੈਗਾ ਕਿਸੇ ਨੂੰ ਕਿਹਾ ਵੀ ਤੁਸੀਂ ਸਾਨੂੰ ਡੋਨੇਸ਼ਨ ਦਿਓ ਸੇਵਾ ਟਰਸਟ ਨੂੰ, ਨੋਟ ਐਟ ਆਲ। ਕੋਈ ਬੰਦਾ ਜਿਹਦਾ ਐਕਸਪਰਟੀਜ਼ ਹੈਗੀ, ਕੋਈ ਐਜੂਕੇਸ਼ਨ 'ਚ ਐਕਸਪਰਟ ਆ, ਕੋਈ ਬੰਦਾ ਹੈਲਥ 'ਚ ਐਕਸਪਰਟ ਆ, ਉਹ ਆਪਣੀਆਂ ਸਰਵਿਸਿਜ਼ ਦੇਵੇ, ਐਡਵਾਈਸ ਦੇਵੇ, ਦੈਟ ਇਜ਼ ਮੋਰ ਦੈਨ ਸਫੀਸ਼ੀਐਂਟ। ਸੋ ਇਸ ਕਰਕੇ ਜੋ ਵੀ ਸੰਗਤ ਦੇ ਮੈਂਬਰ ਸੇਵਾ ਟਰਸਟ ਨਾਲ ਜੁੜਨਾ ਚਾਹੁੰਦੇ ਆ ਜਾਂ ਸੇਵਾ ਟਰਸਟ ਦੀ ਜੋ ਸੇਵਾਵਾਂ ਨੇ ਉਹਦੇ ਬਾਰੇ you want to find out more, it's on website www.sevatrustuk.org। so that's sevatrustuk.org। ਇਸੇ ਤਰੀਕੇ ਨਾਲ ਆਪਾਂ ਰਲ ਮਿਲ ਕੇ ਸਮੂਹ ਸੰਗਤਾਂ ਦੀ ਔਰ ਸਮੂਹ ਕਮਿਊਨਿਟੀਆਂ ਦੀ ਆਪਾਂ ਸੇਵਾ ਕਰ ਸਕੀਏ। ਹਾਂਜੀ,
ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਜਿਹੜਾ ਕਿ ਤੁਸੀਂ ਇੰਨੀ ਇਨਫੋਰਮੇਸ਼ਨ ਦਿੱਤੀ ਆ ਸਾਡੇ ਵਿਊਜ਼ ਨੂੰ। ਮੈਨੂੰ ਲੱਗਦਾ ਕਿ ਸਾਡੇ ਪੰਜਾਬੀਆਂ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਬਹੁਤ ਜ਼ਿਆਦਾ ਸਾਰੀਆਂ ਗੱਲਾਂ ਬਾਤਾਂ ਰਹਿ ਗਈਆਂ ਤੇ ਹੁਣ ਸਾਡੇ ਟਾਈਮ ਹੋ ਗਿਆ ਆ ਫਤਿਹ ਬੁਲਾਉਣੇ ਦਾ। ਤੇ ਲੈਂਦੇ ਆ ਇਜਾਜ਼ਤ ਤੇ ਬਣਾਉਂਦੇ ਆ ਫਤਿਹ, ਕਰਦੇ ਫਤਿਹ ਸਾਂਝੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।